ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਗੌੜੀ 52 ਅੱਖਰੀ ਮਹੱਲੇ 5ਵੇਂ ਦੇ 8ਵੇਂ ਸਲੋਕ ਤੇ ਪੌੜੀ ਦੀ ਵਾਰੀ ਹੈ ਜੀ। ਗੌੜੀ 52 ਅੱਖਰੀ ਮਹੱਲਾ 5ਵਾਂ ਸਲੋਕ। ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨ ਪ੍ਰਭ ਆਪ, ਪਸੂ ਆਪਨ ਹਉ ਕਰੇ, ਨਾਨਕ ਬਿਨ ਹਰ ਕਾਹ ਕਮਾਤ। ਪੌੜੀ। ਏਕੇ ਆਪ ਕਰਾਵਨ ਹਾਰਾ, ਆਪੇ ਪੁੰਨ ਆਪੇ ਪਾਪ ਪੁੰਨ ਬਿਸਥਾਰਾ। ਜਾਂ ਜੁਗ ਜਿਤ ਜਿਤ ਆਪੇ ਲਾਇਓ, ਸੋ ਸੋ ਪਾਇਓ ਜੋ ਆਪ ਦਿਵਾਇਓ। ਉਹਾਂ ਕਾ ਅੰਤ ਨ ਜਾਣੇ ਕੋ, ਜੋ ਜੋ ਕਰੇ ਸੋ ਫੁਨ ਹੋਊ। ਏਕੇ ਤੇ ਸਗਲਾ ਬਿਸਥਾਰਾ, ਨਾਨਕ ਆਪ ਸਵਾਰਨ ਹਾਰਾ। ਏਕੇ ਤੇ ਸਗਲਾ ਬਿਸਥਾਰਾ, ਨਾਨਕ ਆਪ ਸਵਾਰਨ ਹਾਰਾ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਜੀਵ ਮਨੁੱਖ ਦੇ ਹੱਥ ਕੁਝ ਵੀ ਨਹੀਂ ਹੈ ਜੀ। ਜੋ ਕੁਝ ਵੀ ਜੀਵਨ ਵਿੱਚ ਹੁੰਦਾ ਹੈ, ਬਾਹਰ ਸ੍ਰਿਸ਼ਟੀ ਵਿੱਚ ਹੁੰਦਾ ਹੈ, ਇਹ ਸਭ ਕੁਛ ਉਸ ਪਰਮੇਸ਼ਰ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਜੀ। ਚੰਗਾ ਮੰਦਾ ਸਭ ਕੁਛ ਉਸ ਪਰਮੇਸ਼ਰ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਜੀ। ਇਹ ਜੀਵ ਮਨੁੱਖ ਕੀ ਕਰਮ ਕਮਾ ਸਕਦਾ ਹੈ ਜੀ? ਕੋਈ ਨਹੀਂ ਕਰ ਸਕਦਾ ਜੀ। ਸੋ ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਜੀਵ ਜੋ ਵੀ ਚੰਗੇ ਜਾਂ ਮਾੜੇ ਕਰਮਾਂ ਦੀ ਕਿਰਤ ਕਮਾਉਂਦਾ ਹੈ ਜੀ, ਉਹਦੇ ਕਰਮ ਅਸਲੋਂ ਉਸ ਪਰਮੇਸ਼ਰ ਨੇ ਆਪ ਹੀ ਪੈਦਾ ਕੀਤੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਪਸ਼ੂ ਰੂਪ ਜੀਵ ਉਹਨਾਂ ਕਰਮਾਂ ਨੂੰ ਆਪਣੇ ਦੁਆਰਾ ਕੀਤੇ ਮੰਨਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਪਰੰਤੂ ਪਰਮੇਸ਼ਰ ਹਰ ਦੇ ਹੁਕਮ ਤੋਂ ਬਿਨਾਂ ਇਹ ਕੀ ਕਮਾਈ ਕਰ ਸਕਦਾ ਹੈ ਜੀ। ਭਾਵ ਸਾਡੇ ਵੱਸ ਕੁਛ ਨਹੀਂ ਹੈ ਜੀ। ਅਸੀਂ ਕੁਛ ਕਮਾਈ ਨਹੀਂ ਕਰ ਸਕਦੇ ਜੀ। ਜੋ ਕੁਛ ਵੀ ਹੋ ਰਿਹਾ ਹੈ ਉਹ ਪਰਮੇਸ਼ਰ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਜੀ। ਉਹੀ ਕਰਨ ਕਰਾਉਣ ਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇੱਕ ਪਰਮੇਸ਼ਰ ਆਪ ਹੀ ਸਭ ਕੁਛ ਕਰਨ ਅਤੇ ਕਰਾਉਣ ਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਆਪ ਹੀ ਪਾਪ ਅਤੇ ਪੁੰਨ ਦਾ ਵਿਸਤਾਰ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਜਗਤ ਸੰਸਾਰ ਵਿੱਚ ਜਿਸ ਜਿਸ ਕਰਮ ਵਿੱਚ ਪਰਮੇਸ਼ਰ ਨੇ ਜਿਨ੍ਹਾਂ ਜੀਵਾਂ ਨੂੰ ਆਪ ਲਗਾਇਆ ਹੋਇਆ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਜੀਵਾਂ ਨੂੰ ਨੇ ਉਹੀ ਕਰਮ ਪ੍ਰਾਪਤ ਕੀਤੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਨੇ ਆਪ ਸਭ ਕੁਝ ਦਵਾਇਆ ਹੈ ਜੀ। ਉਸ ਦਾ ਅੰਤ ਕੋਈ ਨਹੀਂ ਜਾਣ ਸਕਦਾ ਜੀ। ਭਾਵ ਉਸ ਪਰਮੇਸ਼ਰ ਦੀ ਸਾਰ ਕੋਈ ਨਹੀਂ ਜਾਣ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਜੋ ਪਰਮੇਸ਼ਰ ਕਰਦਾ ਹੈ ਜੀ, ਫਿਰ ਉਹੀ ਕੁਝ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਇੱਕ ਪਰਮੇਸ਼ਰ ਤੋਂ ਸਾਰੀ ਸ੍ਰਿਸ਼ਟੀ ਦਾ ਵਿਸਤਾਰ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਪਰਮੇਸ਼ਰ ਆਪ ਹੀ ਸਭਨਾਂ ਨੂੰ ਸਵਾਰਨ ਵਾਲਾ ਹੈ ਜੀ। ਭਾਵ ਉਹ ਪਰਮੇਸ਼ਰ ਦੀ ਕਿਰਪਾ ਮਿਹਰ ਹੁੰਦੀ ਹੈ ਜੀ ਕਿ ਉਹ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਜੀਵਾਂ ਨੂੰ ਜੋੜਦਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਦੱਸਦੇ ਹਨ ਜੋ ਮਨੁੱਖ ਜੋ ਵੀ ਮਾੜੇ ਚੰਗੇ ਕੰਮ ਕਰਦਾ ਹੈ ਜੀ, ਉਹ ਪਰਮੇਸ਼ਰ ਦੁਆਰਾ ਪ੍ਰੇਰਿਆ ਹੀ ਕਰ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਜਗਤ ਸੰਸਾਰ ਵਿੱਚ ਸਭ ਕੁਛ ਕਰਨ ਕਰਾਉਣ ਵਾਲਾ ਉਹ ਪਰਮੇਸ਼ਰ ਆਪ ਹੀ ਹੈ ਜੀ।
ਉਸਨੇ ਹੀ ਇਸ ਸਾਰੀ ਸ੍ਰਿਸ਼ਟੀ ਦਾ ਵਿਸਤਾਰ ਕੀਤਾ ਹੈ ਜੀ। ਪਰ ਉਸ ਦਾ ਭੇਦ ਕੋਈ ਨਹੀਂ ਪਾ ਸਕਦਾ ਜੀ। ਸੋ ਸਿਧਾਂਤ ਇਹ ਹੈ ਜੀ ਕਿ ਜੀਵ ਗੁਰਮੁਖ ਆਪਣੀ ਹਉਮੈ ਨੂੰ ਦੂਰ ਕਰੇ ਜੀ। ਉਹ ਕਿਸ ਤਰ੍ਹਾਂ ਦੂਰ ਹੋਏਗੀ ਜੀ? ਗੁਰਸ਼ਬਦ ਗੁਰਬਾਣੀ ਨਾਮ ਨੂੰ ਹਿਰਦੇ ਵਿੱਚ ਵਸਾ ਕੇ। ਜਦ ਤੱਕ ਜੀਵ ਹਉਮੈ ਵਿੱਚ ਹੈ ਜੀ, ਉਹ ਪਾਪ ਅਤੇ ਪੁੰਨ ਦੀ ਵਿਚਾਰ ਕਰਦਾ ਰਹੇਗਾ ਜੀ। ਫਿਰ ਕਰਨ ਕਰਾਵਨਹਾਰ ਵਾਲਾ ਪਰਮੇਸ਼ਰ ਆਪ ਹੀ ਹੈ ਜੀ, ਅਤੇ ਸਭ ਕੁਝ ਸਮਰੱਥ ਪਰਮੇਸ਼ਰ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਜੀ। ਸੋ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਗੁਰਸ਼ਬਦ ਗੁਰਬਾਣੀ ਨਾਮ ਨੂੰ ਹਿਰਦੇ ਵਿੱਚ ਵਸਾਉਣ ਕਰਕੇ ਇਹ ਹਉਮੈ ਅਤੇ ਪਾਪ ਖਤਮ ਹੋ ਸਕਦੇ ਹਨ ਜੀ, ਅਤੇ ਪਰਮੇਸ਼ਰ ਦੇ ਹੁਕਮ ਦੀ ਸੋਝੀ ਹੋ ਸਕਦੀ ਹੈ ਜੀ। ਫਿਰ ਜਿਸ ਤਰ੍ਹਾਂ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਦੱਸਦੇ ਹਨ, ਏਕੇ ਤੇ ਸਗਲਾ ਵਿਸਥਾਰਾ, ਨਾਨਕ ਆਪ ਸਵਾਰਨਹਾਰਾ। ਏਕੇ ਤੇ ਸਗਲਾ ਵਿਸਥਾਰਾ, ਨਾਨਕ ਆਪ ਸਵਾਰਨਹਾਰਾ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।